ਵਾਹਿਗੁਰੂ 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 ਵਾਹਿਗੁਰੂ। ਤਨਾਸਰੀ ਮਹੱਲਾ ਚੌਥਾ। कल जुग का धर्म कहो तुम भाई, किव छूट है हम छुटका की। हर हर जप बेड़ी हर तुलहा, हर जप्यो तरा तरा की। कल युग का धर्म कहो तुम भाई, किव छूट है हम छुटका की। हर हर जप बेड़ी हर तुलहा, हर जप्यो तरा तरा की। हर जी लाज रखो हर जन की, हर हर जपन जपावो अपना। हम मांगी भगत एकाकी, रहाओ हर के सेवक से हर प्यारे। जिन जप्यो हर बचना की, लेखा चित्र गुपत जो लिखिया। सब छूटी जम की बाकी, हर के संत जप्यो मन हर हर। लग संगत साध जना की, दिनियर सूर तृष्णा अग्न बुझानी। शिव चर्यो चंद चंदा की, तुम वड पुरख वड अगम अगोचर। तुम आपे आप अपाकी, जन नानक को प्रभ कृपा कीजै। कर दासन दास दसा की, तुम वड पुरख वड अगम अगोचर। तुम आपे आप अपाकी, जन नानक को प्रभ कृपा कीजै। कर दासन दास दसा की। वाहिगुरु जी का खालसा वाहिगुरु जी की फतेह। परम सन्मानी योग जुगो जुग अटल चवर छत्र तखत दे मालिक। धन धन आद साहिब श्री गुरु ग्रंथ साहिब महाराज जी दी पावन पवित्र हजूरी अंदर जुड़ बैठे सर्वत्र माई भाई बहुत वड्डियां भागां वाले हो, जिन्हों उत्ते सतगुरु सच्चे पातशाह जियां ने कनेरी नदर बख्शिश करके सतगुरु गुरु रामदास महाराज सच्चे पातशाह जियां दे पावन पवित्र स्थान सचखंड श्री हरमंदर साहिब दरबार साहिब दे दर्शन इशनान बख्शिश कीते हन और सतगुरु सच्चे पातशाह जियां दा कोटान कोट शुकराना करिए जो सतगुरु सच्चे पातशाह जियां ने किरपा दृष्टि करके आपां नूं निवाजिया है। अमृत वेले समुची मनुखता दे कल्याण वास्ते सतगुरु सच्चे पातशाह जी ने
ਜੋ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਹੁਕਮਨਾਮਾ ਮੁੱਖ ਵਾਕ ਦੀ ਬਖਸ਼ਿਸ਼ ਕੀਤੀ ਹੈ, ਇਸ ਪਾਵਨ ਸ਼ਬਦ ਦਾ ਪਾਠ ਆਪ ਜੀਆਂ ਨੇ ਬਹੁਤ ਪਿਆਰ ਸਹਿਤ ਭਾਈ ਸਾਹਿਬ ਜੀਆਂ ਦੀ ਮੁਬਾਰਕ ਰਸਨਾ ਤੋਂ ਸਰਵਣ ਕੀਤਾ ਹੈ। ਇਹ ਪਾਵਨ ਪਵਿੱਤਰ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਅੰਗ 668 ਉੱਤੇ ਸੁਭਾਏਮਾਨ ਹੈ। ਧਨਾਸਰੀ ਰਾਗ ਅੰਦਰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਬਖਸ਼ਿਸ਼ ਕਿਰਪਾ ਕੀਤੀ ਹੈ। ਅੱਜ ਦਾ ਦਿਨ ਸਾਧ ਸੰਗਤ ਇਤਿਹਾਸ ਵਿੱਚ ਬਹੁਤ ਵੱਡੀ ਮਹੱਤਤਾ ਰੱਖਦਾ ਹੈ। ਜਿੱਥੇ ਅੱਜ ਸ਼ਹੀਦ ਬਾਬਾ ਬੰਦਾ ਸਿੰਘ ਜੀ ਬਹਾਦਰ ਤਿੰਨਾਂ ਦਾ ਮਹਾਨ ਸ਼ਹੀਦੀ ਦਿਹਾੜਾ ਹੈ, ਉੱਥੇ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਬੰਦੀ ਛੋੜ ਦਾਤੇ ਧੰਨ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਹੈ। ਸਮੂਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਜੋ ਸ਼ਰਧਾ ਭਾਵਨਾ ਪ੍ਰੇਮ ਕਰਕੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਚਰਨਾਂ ਨਾਲ ਜੁੜੇ ਹੋ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ। ਸਤਿਗੁਰ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਮੁੱਖ ਵਾਕ ਨਾਲ ਆਪਾਂ ਜੁੜਨਾ ਹੈ। ਸਤਿਗੁਰ ਜੀ ਨੇ ਕੀ ਉਪਦੇਸ਼ ਬਖਸ਼ਿਸ਼ ਕੀਤਾ ਹੈ, ਨਾਲ ਦੀ ਨਾਲ ਸਾਧ ਸੰਗਤ ਪੰਛੀ ਚਾਤ ਆਪਾਂ ਇਤਿਹਾਸ ਦੇ ਉਹਨਾਂ ਸਰੋਤਾਂ ਉੱਤੇ ਵੀ ਪਾਵਾਂਗੇ। ਇੱਕ ਵਾਰ ਸਾਰੀ ਸੰਗਤ ਆਪੋ ਆਪਣੀ ਸੁਰਤੀ ਵਿਰਤੀ ਇਕਾਗਰ ਕਰੋ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਚਰਨਾਂ ਦਾ ਧਿਆਨ ਧਰ ਕੇ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਾਈਏ। ਕੋਈ ਵੀ ਰਸਨਾ ਬੰਝੀ ਨਾ ਰਵੇ। ਪਿਆਰ ਸਹਿਤ ਇੱਕ ਵਾਰ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਸਾਚੈ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ। ਸ੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਉਹ ਗੱਲ ਕਹੀ ਜੋ ਸਤਿਗੁਰਾਂ ਪਹਿਲਾਂ ਬਾਣੀ ਅੰਦਰ ਬਖਸ਼ਿਸ਼ ਕੀਤੀ। ਛੇਵੇਂ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਪ੍ਰਕਾਸ਼ ਤੇ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਸ਼ਬਦ ਵਰਤਿਆ, ਬਧੀ ਬੇਲ ਬੋ ਪੀੜੀ ਚਾਲੀ, ਧਰਮ ਕਲਾ ਹਰ ਬੰਦ ਬਹਾਲੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਘਰ ਦੇ ਅੰਦਰ ਸਾਧ ਸੰਗਤ ਦੋਵੇਂ ਪੱਖ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ ਨੇ। ਸੰਸਾਰੀ ਤੌਰ 'ਤੇ ਪਦਾਰਥ ਵੀ ਮਨੁੱਖ ਦੀ ਲੋੜ ਹਨ, ਪਰ ਪਦਾਰਥਾਂ ਤੋਂ ਉੱਪਰ ਜੀਵਨ ਸਫਲ ਕਰਨ ਵਾਸਤੇ ਪਰਮੇਸ਼ਰ ਦਾ ਨਾਮ ਅਤਿਅੰਤ ਜ਼ਰੂਰੀ ਹੈ। ਗੁਰੂ ਦੇ ਕੋਲੋਂ ਦੋਵੇਂ ਦਾਤਾਂ ਮਿਲਦੀਆਂ ਹਨ ਸਾਧ ਸੰਗਤ। ਇਸੇ ਲਈ ਪਾਤਸ਼ਾਹ ਨੇ ਕਿਹਾ, ਦੋਵੇਂ ਥਾਮ ਰੱਖੇ ਗੁਰ ਸੂਰੇ। ਗੁਰੂ ਸੂਰਮੇ ਦੀ ਵਡਿਆਈ ਹੈ, ਉਹ ਦੋਵੇਂ ਥਾਵਾਂ ਉੱਤੇ ਸਿੱਖ ਦੀ ਪੱਤ ਰੱਖਦਾ। ਲੋਕ ਦੇ ਸੁੱਖ ਪਦਾਰਥ ਵੀ ਸਿੱਖ ਦੀ ਝੋਲੀ ਵਿੱਚ ਪਾਉਂਦੇ ਹਨ, ਔਰ ਸਾਧ ਸੰਗਤ ਪਰਲੋਕ ਦੀ ਜ਼ਿੰਮੇਵਾਰੀ ਵੀ ਸਤਿਗੁਰੂ ਜੀ ਨਿਭਾਉਂਦੇ ਹਨ। ਇਹ ਗੁਰੂ ਦੀ ਵਡਿਆਈ ਹੈ। ਗੁਰੂ ਦੇ ਕੋਲੋਂ ਦੋਵੇਂ ਚੀਜ਼ਾਂ ਮਿਲਦੀਆਂ ਨੇ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ, ਧਰਮ ਬਹਾਲ ਹੋ ਗਿਆ ਔਰ ਭਾਈ ਧਰਮ ਦੀ ਨੀਂਹ ਟਿਕ ਗਈ। ਸੋਢੀਆਂ ਦੀ ਵੰਸ਼ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਦੀ ਪੀੜ੍ਹੀ ਵਧੀ, ਬੇਲ ਵਧ ਗਈ, ਵਧੀ ਬੇਲ ਬੋ ਪੀੜ੍ਹੀ ਚਾਲੀ। ਇਹਨੂੰ ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕਹੇ, ਚੱਲੀ ਪੀੜ੍ਹੀ ਸੋਢੀਆਂ, ਰੂਪ ਦਿਖਾਵਣ ਬਾਰੋ ਵਾਰੀ, ਦਲ ਭੰਜਨ ਗੁਰ ਸੂਰਮਾ, ਵੱਡ ਯੋਧਾ ਵੋ ਪਰਉਪਕਾਰੀ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਦੀ ਵਡਿਆਈ ਕਰਕੇ ਕਿਹਾ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ। ਇੱਕ ਵਾਰ ਸਾਰੀ ਸੰਗਤ ਧਿਆਨ ਧਰ ਕੇ ਆਪਾਂ ਇਸ ਖੁਸ਼ੀ ਵਿੱਚ ਆਪਣੀ ਸੁਰਤ ਜੋੜੀਏ। ਪਿਆਰ ਸਹਿਤ ਹੁਕਮਨਾਮੇ ਦੀ ਵਿਚਾਰ ਤੋਂ ਪ੍ਰਥਮ ਸਾਰੀ ਸੰਗਤ ਸੁਰਤ ਜੋੜ ਕੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਵਧਾਈਆਂ ਦਈਏ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪ੍ਰਕਾਸ਼ ਦੀਆਂ ਆਪਾਂ ਖੁਸ਼ੀਆਂ ਮਹਿਸੂਸ ਕਰੀਏ। ਸਾਰੀ ਸੰਗਤ ਪਿਆਰ ਸਹਿਤ ਨਿੱਤਰ ਮੁੰਦ ਕੇ ਹਾਜ਼ਰੀ ਲਾਓ। ਮਿਲ ਕੇ ਪਿਆਰ ਨਾਲ ਗੱਜ ਕੇ ਕਹੋ,
ਚੱਲੀ ਪੀੜੀ ਸੋਡੀਆਂ, ਚੱਲੀ ਪੀੜੀ ਸੋਡੀਆਂ, ਚੱਲੀ ਪੀੜੀ ਸੋਡੀਆਂ, ਚੱਲੀ ਪੀੜੀ ਸੋਡੀਆ, ਚੱਲੀ ਪੀੜੀ ਸੋਡੀਆਂ, ਚੱਲੀ ਪੀੜੀ ਸੋਡੀਆਂ, ਚੱਲੀ ਪੀੜੀ ਸੋਡੀਆਂ, ਚੱਲੀ ਰੂਪ ਦਿਖਾਵਣ ਵਾਰੋ ਵਾਰੀ, ਚੱਲੀ ਪੀੜੀ ਸੋਡੀਆਂ, ਚੱਲੀ ਪੀੜੀ ਸੋਡੀਆਂ, ਰੂਪ ਦਿਖਾਵਣ ਵਾਰੋ ਵਾਰੀ, ਚੱਲੀ ਪੀੜੀ ਸੋਡੀ, ਚੱਲੀ ਗੱਜ ਕੇ ਕਹਿ ਦਿਓ ਦਲ ਪੰਜਨ ਗੁਰ ਸੂਰਮਾ, ਦਲ ਪੰਜਨ ਗੁਰ ਸੂਰਮਾ, ਦਲ ਪੰਜਨ ਗੁਰ ਸੂਰਮਾ, ਦਲ ਪੰਜਨ ਗੁਰ ਵਡ ਯੋਧਾ ਬੋ ਪਰਉਪਕਾਰੀ, ਚੱਲੀ ਪੀੜੀ ਸੋਡੀਆਂ, ਚੱਲੀ ਪੀੜੀ ਸੋਡੀਆਂ, ਵਡ ਯੋਧਾ ਬੋ ਪਰਉਪਕਾਰੀ, ਚੱਲੀ ਪੀੜੀ ਸੋਡੀਆਂ, ਚੱਲੀ ਪੀੜੀ ਸੋਡੀਆ, ਰੂਪ ਦਿਖਾਵਣ ਵਾਰੋ ਵਾਰੀ, ਚੱਲੀ ਪੀੜੀ ਸੋਡੀਆਂ, ਚੱਲੀ ਪੀੜੀ ਸੋਡੀਆਂ, ਰੂਪ ਦਿਖਾਵਣ ਵਾਰੋ ਵਾਰੀ, ਚੱਲੀ ਪੀੜੀ ਸੋਡੀਆਂ, ਚੱਲੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਓ ਸਾਧ ਸੰਗਤ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਜੋ ਅੱਜ ਬਖਸ਼ਿਸ਼ ਹੋਈ ਹੈ, ਇਸ ਪਾਵਨ ਮੁਖ ਵਾਕ ਨਾਲ ਜੁੜੀਏ, ਪਿਆਰ ਨਾਲ ਪਹਿਲੀ ਪੰਕਤੀ ਸਰਵਣ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ महला चौथा। कल युग का धर्म कहो तुम भाई, किव छूट है हम छुट काकी। आखो सतनाम श्री, गज के आख्या करो सतनाम श्री। कल युग का धर्म कहो तुम भाई। साध संगत गुरु सिख की जगह उत्ते वसीठ का काम करता है। विद्वाना ने अर्थ किते, वसीठ का अर्थ वकील भी है, वसीठ का अर्थ विचोला भी है। सतगुर की वड्याई में जदों पातशाह ने वचन कहे, उदों हजूर ने वचन कहे, जैसा सतगुर सुनींदा तैसो ही मैं डीठ, विछड़िया मेले प्रभु हर दरगाह का वसीठ। गुरु रब की दरगाह वे सिख की जगह उत्ते वसीठ का काम करता है। वसीठ वकील जिन्हों सब कानूनों का पता है। वकील नूं इस गल का पता हुंदा है कि मेरे क्लाइंट ने किहड़ा अपराध किया है, इहदे उत्ते किहड़ी धारा लगती है, उस धारा के तहत तैनूं किन्ने साल की सज़ा हो सकती। इस गल का इलम वकील नूं हुंदा है बाखूबी। पर साध संगत जदों वकील नूं लगदा है मेरे क्लाइंट का दोष जिहड़ा है वो सिद्ध हो रहा है, वो कचहरी के अंदर जज के सामने उहदा दोष जिहड़ा है वो बिल्कुल सिद्ध हो रहा है, उदों फिर साध संगत वसीठ एक काम करदा है वकील। वो अपने कानून की धारा विचों वो धारा कढ़ के लियाउंदा है, कानून का वो पक्ष जज के सामने रखदा है, जिहदे नाल उस दोषी उत्ते कोई ना कोई रहम उहदी सज़ा विच रहत हो सके, उहदी सज़ा दे अंदर कोई ना कोई राहत मिल सके। फिर वो जज नूं उस तहत
ਆਪਣੀ ਗੱਲ ਕਹਿੰਦਾ ਜੀ ਫਲਾਨੀ ਵਾਰ ਇਸ ਤਰ੍ਹਾਂ ਦਾ ਕੇਸ ਹੋਇਆ, ਉਹਦੇ ਉੱਤੇ ਇਸ ਤਰ੍ਹਾਂ ਕਰਕੇ ਆ ਕੋਈ ਧਾਰਾ ਸੀ, ਉਹ ਬੰਦੇ ਨੂੰ ਇਦਾਂ ਮੁਕਤ ਕਰ ਦਿੱਤਾ ਗਿਆ, ਭਾਵ ਉਹਨੂੰ ਉਸ ਕੇਸ ਵਿੱਚੋਂ ਵਰੀ ਕੀਤਾ ਗਿਆ। ਜਦੋਂ ਜੱਜ ਨੂੰ ਉਹ ਬਿਲਕੁਲ ਸੈਟੀਸਫਾਈ ਕਰ ਦਿੰਦਾ, ਉਦੋਂ ਸਾਧ ਸੰਗਤ ਕਈ ਵਾਰ ਉਹ ਦੋਸ਼ ਸਿੱਧ ਹੋਣ ਤੋਂ ਬਾਅਦ ਵੀ ਉਸ ਦਲੀਲ ਦੇ ਨਾਲ ਵਕੀਲ ਆਪਣੇ ਦੋਸ਼ੀ ਨੂੰ, ਆਪਣੇ ਕਲਾਇੰਟ ਨੂੰ ਉਹ ਜੱਜ ਦੀ ਉਹ ਸਜ਼ਾ ਤੋਂ ਬਚਾ ਲੈਂਦਾ, ਕਿਉਂਕਿ ਉਹ ਦੋਵੇਂ ਪੱਖ ਰੱਖਦਾ। ਇਸੇ ਤਰ੍ਹਾਂ ਸਾਧ ਸੰਗਤ ਗੁਰੂ ਦਾ ਕਾਰਜ ਹੈ। ਗੁਰੂ ਨੂੰ ਸਾਡੇ ਕਰਮਾਂ ਬਾਰੇ ਇਲਮ ਹੈ। ਇਹ ਮੇਰਾ ਸਿੱਖ ਕਿਹੋ ਜਿਹੇ ਨੇ ਕਰਮ ਕੀਤੇ ਨੇ, ਇਹਦੇ ਕਰਮਾਂ ਦਾ ਕੀ ਦੋਸ਼ ਹੈ, ਇਸ ਕਰਮਾਂ ਦੇ ਤਹਿਤ ਇਹਦੀ ਕੀ ਸਜ਼ਾ ਬਣਦੀ ਹੈ। ਪਰ ਸਾਧ ਸੰਗਤ ਜਦੋਂ ਰੱਬ ਦੀ ਦਰਗਾਹ ਵਿੱਚ ਬਾਕੀ ਨਿਕਸੀ ਹਿਸਾਬ ਹੁੰਦਾ, ਅੱਜ ਦੇ ਸ਼ਬਦ ਵਿੱਚ ਆਉਣਗੇ ਸ਼ਬਦ, ਜਦੋਂ ਦਰਗਾਹ ਦੇ ਅੰਦਰ ਬਾਕੀ ਨਿਕਸਦੀ ਹੈ, ਹਿਸਾਬ ਹੁੰਦਾ, ਉਦੋਂ ਫਿਰ ਗੁਰੂ ਸਿੱਖ ਦੇ ਥਾਂ ਉੱਤੇ ਵਕੀਲ ਦਾ ਕੰਮ ਕਰਦਾ। ਉਹ ਫਿਰ ਕਈ ਉਦਾਹਰਨਾਂ ਦੇ ਕੇ ਰੱਬ ਨੂੰ ਇਸ ਤਰ੍ਹਾਂ ਸਿਫਾਰਿਸ਼ ਕਰਦਾ ਕਿ ਜੀ ਐਸੇ ਦੋਸ਼ ਦੇ ਤਹਿਤ ਫਲਾਣੇ ਨੂੰ ਤੁਸੀਂ ਮੁਕਤ ਕੀਤਾ, ਜਾਮਣੀ ਪਈ ਹੈ। ਜਦੋਂ ਗੁਰੂ ਵਕੀਲ ਬਣ ਕੇ ਜਾਮਣੀ ਪਾਦਾ ਸਾਧ ਸੰਗਤ, ਉਦੋਂ ਰੱਬ ਦੀ ਦਰਗਾਹ ਵਿੱਚ ਵੱਡੇ ਤੋਂ ਵੱਡਾ ਦੋਸ਼ ਉਸ ਸਿੱਖ ਦਾ ਬਖਸ਼ਿਆ ਜਾਂਦਾ, ਉਹਦੇ ਕੀਤੇ ਹੋਏ ਗੁਨਾਹ ਗੁਰੂ ਮਾਫ ਕਰਾ ਦਿੰਦਾ, ਕਿਉਂਕਿ ਇਹ ਗੁਰੂ ਦੇ ਕੋਲ ਅਥਾਰਟੀ, ਉਹਦੇ ਕੋਲ ਪਾਵਰ ਹੈ। ਸਾਧ ਸੰਗਤ ਇਸੇ ਲਈ ਅੱਜ ਦੇ ਪਾਵਨ ਸ਼ਬਦ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਨੇ ਕਲਯੁਗ ਦਾ ਧਰਮ ਵੀ ਕਿਹਾ, ਫਿਰ ਕਹੇ ਹੋਏ ਕਰਮ ਵੀ ਦੱਸੇ, ਉਹਨਾਂ ਕਰਮਾਂ ਤੋਂ ਛੁਟਕਾਰਾ ਕਿਵੇਂ ਹੋਣਾ ਉਹ ਵੀ ਜੀਵ ਨੂੰ ਸਾਨੂੰ ਸਮਝਾਇਆ। ਭਾਈ ਤੂੰ ਆਹ ਕੁਝ ਕਰਨਾ ਹੈ, ਜਿਵੇਂ ਵਕੀਲ ਆਪਣੇ ਕਲਾਇੰਟ ਨੂੰ ਸਮਝਾਉਂਦਾ, ਤੂੰ ਇਹਨਾਂ ਸ਼ਬਦਾਂ ਵਿੱਚ ਬਿਆਨ ਦੇਣਾ, ਫਿਰ ਤੇਰਾ ਬਚਾਅ ਹੋਣਾ। ਇੱਦਾਂ ਗੁਰੂ ਵੀ ਸਮਝਾਉਂਦਾ, ਭਾਈ ਜੇ ਤੂੰ ਲਿਖੇ ਤੋਂ ਬਚਣਾ ਚਾਹੁੰਦਾ ਫਿਰ ਤੈਨੂੰ ਆਹ ਕੰਮ ਕਰਨੇ ਪੈਣਗੇ। ਪਰ ਇੱਥੇ ਥੋੜੀ ਜਿਹੀ ਕਹਾਣੀ ਵੱਖਰੀ ਹੈ ਸਾਧ ਸੰਗਤ। ਇੱਥੇ ਫਿਰ ਉਹ ਦੋਸ਼ੀ ਜਦੋਂ ਸਭ ਕੁਝ ਗੁਰੂ ਤੇ ਸੁੱਟ ਕੇ ਕਹਿੰਦਾ, ਦਾਤਾ ਜਿਹੜਾ ਕਰਮ ਨਾਮ ਜਪਣ ਲਈ ਤੁਸੀਂ ਕਹਿੰਦੇ ਹੋ, ਉਹ ਨਾਮ ਜਪਣਾ ਮੇਰੇ ਵੱਸ ਦੀ ਗੱਲ ਨਹੀਂ, ਤੁਸੀਂ ਕਿਰਪਾ ਕਰਕੇ ਆਪ ਜਪਾਓ। ਉਦਣ ਗੁਰੂ ਨਾਮ ਵੀ ਆਪ ਜਪਾਉਂਦਾ ਤੇ ਦੋਸ਼ ਤੋਂ ਮੁਕਤ ਵੀ ਆਪ ਕਰਾਉਂਦਾ। ਇਹ ਗੁਰੂ ਦੀ ਵਡਿਆਈ ਹੈ। ਅੱਜ ਪਾਤਸ਼ਾਹ ਨੇ ਕਿਹਾ, ਕਲ ਜੋ ਕਾ ਧਰਮ ਕਹੋ ਤੁਮ ਭਾਈ, ਕਿ ਵਿਛੁਟੈ ਹਮ ਛੁਟ ਕਾਕੀ। ਕਲਯੁਗ ਦਾ ਇਹ ਧਰਮ, ਇੱਥੇ ਕਲਯੁਗ ਦਾ ਅਰਥ ਸਾਧ ਸੰਗਤ ਕੱਲਾ ਯੁੱਗ ਨਹੀਂ ਹੈ ਕੋਈ। ਕਈ ਵਾਰ ਆਪਾਂ ਕਹਿੰਦੇ ਜੀ ਕਲਯੁਗ ਆ ਗਿਆ, ਸਮੇਂ ਦਾ ਕੋਈ ਦੋਸ਼ ਨਹੀਂ ਹੈ। ਕਲ ਦਾ ਅਰਥ ਵਿਦਵਾਨਾਂ ਨੇ ਕੀਤਾ ਕਲੇਸ਼, ਯੁੱਗ ਦਾ ਅਰਥ ਕੀਤਾ ਸਮਾਂ। ਕਲ ਕਲੇਸ਼ ਦਾ ਸਮਾਂ ਜਿਹਨੂੰ ਕਲਯੁਗ ਕਹਿੰਦੇ ਨੇ। ਇੱਥੇ ਸਾਧ ਸੰਗਤ ਮਾਇਆ ਮੋਹ ਦੇ ਅੰਦਰ ਲੋਕ ਕਲ ਕਲੇਸ਼ ਦੇ ਅੰਦਰ ਨੇ, ਰਿਸ਼ਤੇ ਟੁੱਟ ਰਹੇ ਨੇ, ਮੋਹ ਮਾਇਆ ਦੇ ਅੰਦਰ ਬੰਦਾ ਸੰਸਾਰ ਵਿੱਚ ਗਲਤਾਨ ਹੁੰਦਾ ਜਾ ਰਿਹਾ ਹੈ। ਜਿੱਥੇ ਬਹੁ ਗਿਣਤੀ ਵਿੱਚ ਕਲ ਕਲੇਸ਼ ਵੱਧ ਜਾਏ ਉਹਨੂੰ ਕਲਯੁਗ ਕਹਿੰਦੇ ਨੇ। ਅੱਜ ਪਾਤਸ਼ਾਹ ਨੇ ਕਿਹਾ, ਇਹ ਤੋਂ ਛੁੱਟਣ ਵਾਸਤੇ ਧਰਮ ਦੱਸੋ ਕੋਈ। ਧਰਮ ਦਾ ਅਰਥ ਰਾਹ, ਧਰਮ ਦਾ ਅਰਥ ਮਾਰਗ, ਧਰਮ ਦਾ ਅਰਥ ਧਾਰਨ ਕਰਨ ਵਾਲੀ ਰਹਿਤ। ਉਹ ਬਖਸ਼ਿਸ਼ ਕਰੋ ਕਿਹਦੇ ਨਾਲ ਸਾਡਾ ਛੁਟਕਾਰਾ ਹੋਵੇ। ਛੁੱਟਣ ਦਾ ਅਰਥ ਛੁੱਟਣ ਦਾ, ਛੁਟਕਾਕੀ ਦਾ ਅਰਥ ਹੈ ਮੈਂ ਛੁੱਟਣਾ ਚਾਹੁੰਦਾ। ਹੇ ਅਕਾਲ ਪੁਰਖ ਵਾਹਿਗੁਰੂ, ਇਸ ਕਲਯੁਗ ਦੇ ਅੰਦਰ ਕਲ ਕਲੇਸ਼ ਦੇ ਝਮੇਲਿਆਂ ਵਿੱਚੋਂ ਛੁੱਟਣ ਦਾ ਕੋਈ ਰਾਹ, ਕੋਈ ਮਾਰਗ, ਧਰਮ ਦੱਸੋ ਜੀ। ਹਰ ਹਰ ਜਪ ਬੇੜੀ ਹਰ ਤੁਲਹਾ, ਹਰ ਜਪਿਓ ਤਰੈ ਤਰਾਕੀ। ਕਹਿੰਦੇ ਭਾਈ ਸੁਣੋ, ਇਸ ਕਲਯੁਗ ਦੇ ਝਮੇਲਿਆਂ ਤੋਂ, ਵਿਕਾਰਾਂ ਤੋਂ, ਕਾਮ ਕ੍ਰੋਧ ਲੋਮੋ ਅਹੰਕਾਰ ਵਿਸ਼ੇ ਵਿਕਾਰਾਂ ਦੇ ਇਸ ਖੂਹ ਚੋਂ ਬਚਣ ਦਾ ਰਸਤਾ। ਜੇ ਤੁਸੀਂ ਚਾਹੁੰਦੇ ਹੋ ਡੁੱਬੋ ਨਾ, ਫਿਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਜਾਪ ਦੀ ਬੇੜੀ, ਬੇੜੀ ਤੋਂ ਅੱਗੇ ਸ਼ਬਦ ਵਰਤਿਆ ਤੁਲਹਾ। ਬੇੜੀ ਦਾ ਤੁਹਾਨੂੰ ਪਤਾ ਹੈ ਸਾਧ ਸੰਗਤ, ਤੁਲਹਾ ਕਹਿੰਦੇ ਨੇ ਜਿੱਥੇ ਬਾਂਸ ਤੇ ਫੱਟੇ ਬੰਨ ਕੇ ਕਿਸੇ ਦਰਿਆ ਵਿੱਚੋਂ, ਨਦੀ ਵਿੱਚੋਂ ਪਾਰ ਲੰਘਿਆ ਜਾਵੇ, ਉਹ ਬੇੜੀ ਨਹੀਂ ਹੁੰਦੀ। ਪਰ ਬਾਂਸਾਂ ਨੂੰ ਜੋੜ ਕੇ ਉਹਦੇ ਉੱਤੇ ਫੱਟੇ ਬੰਨ ਦਿੰਦੇ ਨੇ, ਬਾਂਸ ਤਰਦੇ ਨੇ ਉਹਦੇ ਉੱਤੇ। ਇਸ ਤਰ੍ਹਾਂ ਲੋਕ ਇੱਕ ਸਿੱਧਾ ਜਿਹਾ ਬੇੜਾ ਤੁਲਹਾ ਬਣਾ ਕੇ ਵੀ ਪਾਰ ਲੰਘ ਜਾਂਦੇ। ਪਾਤਸ਼ਾਹ ਨੇ ਕਿਹਾ, ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੀ ਬੇੜੀ ਤੁਲਹਾ। ਭਾਈ ਨਾਮ ਜਪੋ ਤਾਂ ਫਿਰ ਤੁਸੀਂ ਉਸ ਨਾਮ ਦੇ ਸਹਾਰੇ ਪਾਰ ਉਤਰ ਜਾਓਗੇ, ਭਾਵ ਤਰ ਸਕਦੇ ਹੋ। ਨਾਮ ਤੋਂ ਬਗੈਰ ਇਸ ਕਲਯੁਗ ਦੇ ਝਮੇਲਿਆਂ ਤੋਂ ਕੋਈ ਵੀ ਪਾਰ ਨਹੀਂ ਲੰਘ ਸਕਦਾ। ਹਰ ਜੀ ਲਾਜ ਰੱਖੋ ਹਰ ਜਨ ਕੀ। ਹੁਣ ਮਹਾਰਾਜ ਜੀਆਂ ਨੇ ਫਿਰ ਅਗਲਾ ਬਚਨ ਕਿਹਾ, ਦੂਜਾ ਪੱਖ, ਕਿਉਂਕਿ ਨਾਮ ਆਪਣੇ ਆਪ ਨਹੀਂ ਜਪਿਆ ਜਾ ਸਕਦਾ। ਲੱਖ ਯਤਨ ਕਰਕੇ ਕੋਈ ਕਵੇ ਮੈਂ ਨਾਮ ਜਪ ਲੈਣਾ, ਮਾਫ ਕਰਿਓ ਸਾਧ ਸੰਗਤ, ਇੱਥੇ ਧਰਮ ਦੀ ਦੁਨੀਆ ਵਿੱਚ ਕੋਈ ਦਾਵਾ, ਕੋਈ ਅਹੰਕਾਰ ਨਹੀਂ। ਕੀਤੇ ਹੋਏ ਕਰਮਾਂ ਵਿੱਚ ਮਾੜਾ ਜਿਹਾ ਵੀ ਦਾਵਾ ਆ ਜਾਏ, ਸਾਰੇ ਕਰਮ ਸੜ ਜਾਂਦੇ।
ਪਾਤਸ਼ਾਹ ਨੇ ਕਿਹਾ ਦਾਵਾ ਅਗਨ ਬਹੁਤ ਤ੍ਰਿਣ ਜਾਲੇ, ਕੋਈ ਹਰਿਆ ਬੂਟ ਰਹਿਓ ਨਹੀਂ। ਕਈ ਵਾਰ ਤੁਸੀਂ ਵੇਖੋਗੇ ਬੰਦਿਆਂ ਦਾ ਬਾਹਰੀ ਪਹਿਰਾਵਾ, ਬਾਹਰੀ ਤੌਰ ਤੇ ਉਹ ਬਾਣੀ ਪੜ੍ਹਦੇ ਵੀ ਨਜ਼ਰ ਆਉਣਗੇ, ਸੇਵਾ ਕਰਦੇ ਵੀ ਨਜ਼ਰ ਆਉਣਗੇ, ਪਰ ਅਚਾਨਕ ਪਾਸਾ ਬਦਲ ਜਾਂਦਾ। ਉੱਥੇ ਸਾਧ ਸੰਗਤ ਇੱਕੋ ਹੀ ਕਾਰਨ ਹੈ, ਕਿਤੇ ਨਾ ਕਿਤੇ ਰੰਚਕ ਮਾਤਰ ਕਰਮ ਵਿੱਚ ਅਹੰਕਾਰ ਆਉਣ ਦੀ ਦੇਰ ਹੈ, ਸਾਰਾ ਕਰਮ ਸੜ ਜਾਂਦਾ ਹੈ। ਪਾਤਸ਼ਾਹ ਨੇ ਕਿਹਾ ਦਾਵਾ ਅਗਨ ਬਹੁਤ ਤ੍ਰਿਣ ਜਾਲੇ, ਕੋਈ ਹਰਿਆ ਬੂਟ ਰਹਿਓ ਨਹੀਂ। ਇਹਨੂੰ ਸਾਹਿਬ ਨੇ ਬਾਣੀ ਅੰਦਰ ਬਚਨ ਕਿਹਾ, ਕਬੀਰ ਦਾ ਮੈਂ ਦਾਜਨ ਹੋਤ ਹੈ, ਨਿਰਧਾਵੇ ਰਹਿ ਨਿਸੰਕ, ਜੋ ਜਨ ਨਿਰਧਾਵੇ ਰਹਿ ਸੋ ਗਣੇ ਇੰਦਰ ਸੋ ਰੰਕ। ਇੱਥੇ ਪਾਤਸ਼ਾਹ ਨੇ ਹੁਣ ਰਾਹ ਦੱਸਿਆ, ਭਲਿਆ ਕਿਤੇ ਜਪ ਕੇ ਵੀ ਹੰਕਾਰ ਨਾ ਕਰ ਲਈ, ਆਪਣੇ ਗੁਰੂ ਨੂੰ ਰੱਬ ਨੂੰ ਹੱਥ ਜੋੜ ਕੇ ਕਹਿ, ਹੇ ਪ੍ਰਭੂ ਜੀ ਆਪਣੇ ਜਨ ਦੀ ਲਾਜ ਰੱਖ ਲਿਓ, ਆਪ ਕਿਰਪਾ ਕਰਕੇ ਨਾਮ ਜਪਾ ਲਿਓ। ਹਰ ਹਰ ਜਪਨ ਜਪਾਵਹੁ ਆਪਣਾ, ਹਮ ਮੰਗੀ ਭਗਤ ਇਕਾਕੀ। ਹੇ ਦਾਤਾ ਤੇਰੇ ਦਰ ਤੋਂ ਇੱਕੋ ਹੀ ਭਗਤੀ ਦੀ ਮੰਗ ਹੈ, ਕਿਰਪਾ ਕਰਕੇ ਆਪਣੇ ਜਨ ਨੂੰ ਆਪ ਨਾਮ ਜਪਾ ਲਿਓ, ਆਪੇ ਹੀ ਆਪਣੇ ਜਨ ਦੀ ਲਾਜ ਰੱਖ ਲਿਓ। ਲਾਜ ਰੱਖਣੀ, ਨਾਮ ਜਪਾਉਣਾ ਗੁਰੂ ਦੇ ਹੱਥ ਵੱਸ ਹੈ। ਸਾਧ ਸੰਗਤ, ਜਦੋਂ ਪਾਤਸ਼ਾਹ ਨੇ ਸਰੀਰ ਵਿੱਚ ਕੰਮ ਕਰਦੇ ਸੰਬੰਧੀ ਗੱਲ ਕਹੀ ਨਾ, ਉਦੋਂ ਕਿਹਾ ਮਨ ਬੜਾ ਖੋਟਾ ਹੈ, ਇਹਦਾ ਕਦੇ ਵਿਸ਼ਵਾਸ ਨਾ ਕਰ ਬੈਠੀ। ਭੁਲੇਖਾ ਨਾ ਖਾ ਜੀ ਤੂੰ ਸੇਵਾ ਕਰਨਾ, ਭੁਲੇਖਾ ਨਾ ਖਾ ਜੀ ਤੂੰ ਨਾਮ ਜਪਦਾ, ਭੁਲੇਖਾ ਨਾ ਖਾ ਜੀ ਤੂੰ ਬਾਣੀ ਪੜ੍ਹਦਾ, ਤੈਨੂੰ ਗਿਆਨ ਬੜਾ। ਜੇ ਇਹ ਭੁਲੇਖਾ ਪੈ ਗਿਆ, ਇਸ ਮਨ ਖੋਟੇ ਨੇ ਤੈਨੂੰ ਕਦੇ ਵੀ ਤੇਰੀ ਪਿੱਠ ਲਵਾ ਦੇਣੀ, ਇਹ ਮਨ ਕਦੇ ਵੀ ਤੈਨੂੰ ਦੂਰ ਲਿਜਾ ਸਕਦਾ। ਤਾਈਓ ਹਜ਼ੂਰ ਨੇ ਕਿਹਾ ਮਨ ਖੁਟਹਰ ਤੇਰਾ ਨਹੀਂ ਵਿਸਾਸ, ਤੂੰ ਮਹਾ ਉਦਮਦਾ, ਖਰ ਕਾ ਪੈਖਰ ਤਉ ਛੁੱਟੈ ਜੋ ਉੱਪਰ ਲਾਦਾ। ਇੱਥੇ ਖਰ ਕਹਿੰਦੇ ਨੇ ਸਾਧ ਸੰਗਤ ਖੱਚਰ ਨੂੰ, ਗਧੇ ਨੂੰ। ਹੁਣ ਵੇਖੋ ਤੁਸੀਂ ਸਿਆਣੇ ਪੁਰਖ, ਕਦੇ ਗਧੇ ਨੂੰ ਵੇਖਿਓ ਕਈ ਵਾਰ ਗਲੀਆਂ 'ਚ ਵੀ ਘੁੰਮਦਾ, ਤਾਂ ਉਹ ਜਿਹੜੇ ਘੁਮਿਆਰ ਨੇ ਗਧਾ ਛੱਡਿਆ, ਕਦੇ ਨਹੀਂ ਤੁਸੀਂ ਵੇਖੋਗੇ ਗਧੇ ਦੇ ਗਲ ਵਿੱਚ ਰੱਸੀ ਪਈ ਹੋਵੇ। ਪਸ਼ੂਆਂ ਦੇ ਗਲ ਵਿੱਚ ਰੱਸੀ ਪਾ ਕੇ ਬੰਨਿਆ ਜਾ ਸਕਦਾ, ਗਾਵਾਂ ਮੱਝਾਂ ਲੋਕ ਰੱਸੀ ਪਾ ਕੇ ਬੰਨ ਲੈਂਦੇ ਨੇ, ਪਰ ਸਾਧ ਸੰਗਤ ਕਦੇ ਗਧੇ ਦੇ ਗਲ ਵਿੱਚ ਰੱਸੀ ਨਹੀਂ ਪਾਉਂਦੇ। ਕਿਉਂ? ਇੱਥੇ ਬੇਨਤੀ ਸਮਝਿਓ, ਇਹ ਹੋ ਸਕਦਾ ਉਹ ਰੱਸੀ ਗਲ ਵਿੱਚ ਪਾ ਦਈਏ ਤਾਂ ਵੀ ਉਹ ਬੰਨਣ ਵਾਲਾ ਘੁਮਿਆਰ ਕਹਿੰਦਾ ਇਹਦਾ ਵਿਸ਼ਵਾਸ ਨਹੀਂ ਹੈ, ਟਿਕ ਕੇ ਖੜ ਜਾਏ। ਮੱਝ ਗਾਂ ਦੇ ਗਲ ਵਿੱਚ ਰੱਸੀ ਪਾਈ, ਭਰੋਸਾ ਇਹਨੇ ਟਿਕ ਜਾਣਾ, ਇਹ ਕੀਲੇ ਨਾਲ ਬੰਨ ਦਿੱਤੀ ਹੁਣ ਟਿਕ ਜਾਏਗੀ, ਪਰ ਗਧੇ ਦਾ ਕੋਈ ਭਰੋਸਾ ਨਹੀਂ, ਇਸ ਲਈ ਉਹਦੇ ਗਲ ਵਿੱਚ ਰੱਸੀ ਨਹੀਂ ਪਾਉਂਦੇ, ਉਹਦਾ ਵਿਸ਼ਵਾਸ ਹੀ ਕੋਈ ਨਹੀਂ, ਉਹ ਵਿਸ਼ਵਾਸ ਕਰਨ ਦੇ ਯੋਗ ਨਹੀਂ। ਗਲ ਵਿੱਚ ਰੱਸੀ ਪਾਉਣ ਤੋਂ ਬਾਅਦ ਵੀ ਉਹ ਖਰਾਬੀ ਕਰ ਸਕਦਾ, ਇਸ ਲਈ ਉਹਦੇ ਪੈਰ ਵਿੱਚ ਅਗਲੇ ਤੇ ਪਿਛਲੇ ਪੈਰ ਨੂੰ ਪੈਖਰ ਪਾਉਂਦੇ ਨੇ, ਜਦੋਂ ਉਹਦੇ ਉੱਤੇ ਭਾਰ ਲੱਦਦੇ ਨੇ ਫਿਰ ਉਹ ਪੈਖਰ ਖੋਲ ਦਿੰਦੇ ਨੇ। ਇਦਾਂ ਪਾਤਸ਼ਾਹ ਨੇ ਕਿਹਾ ਤੇਰਾ ਮਨ ਹੈ ਇਹ ਵਿਸ਼ਵਾਸ ਕਰਨ ਦੇ ਯੋਗ ਨਹੀਂ, ਐਵੇਂ ਭੁਲੇਖਾ ਨਾ ਖਾ ਜੇ, ਤੇਰੇ ਕੋਲ ਬੜਾ ਕੁਝ ਜੁੜ ਗਿਆ, ਇਹ ਭੁਲੇਖਾ ਖਾਦਾ, ਇਹ ਵਿਸ਼ਵਾਸ ਕਰਨ ਦੇ ਯੋਗ ਨਹੀਂ, ਇਹ ਮਨ ਤੈਨੂੰ ਡੋਬ ਕੇ ਰੱਖਦਾ। ਇਹਦੇ ਉੱਤੇ ਰੋਜ਼ ਸ਼ਬਦ ਦਾ ਭਾਰ ਲੱਦ ਤੇ ਨਾਮ ਜਪਣ ਤੋਂ ਬਾਅਦ, ਭਾਰ ਲੱਦਣ ਤੋਂ ਬਾਅਦ ਇੰਨਾ ਕਹਿਣਾ ਕਦੇ ਨਾ ਭੁੱਲੀ, ਹਰ ਜੀ ਲਾਜ ਰੱਖੋ ਆਪਣੇ ਜਨ ਕੀ। ਇਹ ਦਾਤਾ ਆਪਣੇ ਜਨ ਦੀ ਲਾਜ ਰੱਖ ਲਿਓ, ਇਹ ਅਰਦਾਸ ਜ਼ਰੂਰ ਕਰੀ। ਜਦੋਂ ਛੁਟਕਾਰਾ ਹੋਣਾ ਤੇਰਾ ਅਰਦਾਸ ਕਰਕੇ ਹੋਣਾ, ਜਪ ਤਪ ਕਰੀ, ਬਾਣੀ ਪੜੀ, ਪੂਜਾ ਪਾਠ ਕਰੀ, ਪਰ ਮਨ ਦਾ ਵਿਸ਼ਵਾਸ ਕਰਕੇ ਹੰਕਾਰ ਨਾ ਕਰੀ, ਇਹ ਵਿਸ਼ਵਾਸ ਕਰਨ ਦੇ ਯੋਗ ਨਹੀਂ। ਆਪਣੇ ਗੁਰੂ ਨੂੰ ਜ਼ਰੂਰ ਕਹਿ ਦੇਂ ਦਾਤਾ ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ। ਅੱਜ ਗੁਰੂ ਰਾਮਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ, ਕਹਿੰਦੇ ਅਰਦਾਸ ਕਰ, ਹੇ ਅਕਾਲ ਪੁਰਖ ਵਾਹਿਗੁਰੂ ਆਪਣੇ ਜਨ ਨੂੰ ਨਾਮ ਜਪਾਵੋ ਤੇ ਕਿਰਪਾ ਕਰਕੇ ਆਪਣੇ ਦਾਸ ਨੂੰ ਇੱਕ ਭਗਤੀ ਦੀ ਦਾਤ ਬਖਸ਼ਿਸ਼ ਕਰੋ। ਰਹਾਉ ਸਤਿਗੁਰ ਜੀ ਵਿਸ਼ਰਾਮ ਦੇ ਕੇ ਬਖਸ਼ਿਸ਼ ਕਰ ਰਹੇ ਹਨ। ਹਰ ਕੇ ਸੇਵਕ ਸੇ ਹਰ ਪਿਆਰੇ, ਜਿਨ ਜਪਿਓ ਹਰ ਬਚਨਾ ਕੀ। ਕਹਿੰਦੇ ਜਿਹੜਾ ਰੱਬ ਦੇ ਗੁਰੂ ਦੇ ਬਚਨਾਂ ਦੇ ਅਨੁਸਾਰ ਸੇਵਕ ਵਾਹਿਗੁਰੂ ਜਪਦਾ, ਭਾਈ ਗੁਰੂ ਦਾ ਬਚਨ ਮੰਨ ਕੇ ਵਾਹਿਗੁਰੂ ਵਾਹਿਗੁਰੂ ਰੋਜ਼ ਸਿਮਰਦਾ, ਨਾਲ ਅਰਦਾਸ ਕਰੇ। ਇਹ ਚਿੱਤੇ ਰੱਖਿਓ ਰੱਬ ਨੂੰ ਵੀ ਆਪਣੇ ਸੇਵਕ ਪਿਆਰੇ ਹੁੰਦੇ ਨੇ, ਰੱਬ ਵੀ ਆਪਣੇ ਸੇਵਕ ਦੀ ਪਿੱਠ ਨਹੀਂ ਲੱਗਣ ਦਿੰਦਾ। ਸ਼ਰਤ ਹੈ ਉਹਦੇ ਕਰਮ ਵਿੱਚ ਹੰਕਾਰ ਨਾ ਹੋਵੇ, ਬਸ ਉਹ ਹਉਮੈ ਗਵਾ ਕੇ ਅਰਦਾਸ ਕਰਦਾ ਰਵੇ, ਤਾਂ ਫਿਰ ਉਹ ਰੱਬ ਦੇ ਜਨ ਵੀ ਰੱਬ ਨੂੰ ਪਿਆਰੇ ਲੱਗਦੇ ਹਨ। ਲੇਖਾ ਚਿੱਤਰ ਗੁਪਤ ਜੋ ਲਿਖਿਆ, ਸਭ ਛੂਟੀ ਜਮ ਕੀ ਬਾਕੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਉਂਕਿ ਕਰਮਾਂ ਵਿੱਚ ਕੋਈ ਬੰਦਾ ਪਰਫੈਕਟ ਨਹੀਂ, ਕੋਈ ਨਾ ਕੋਈ ਕਰਮ ਉਹਦੇ ਕੋਲੋਂ ਗਲਤ ਹੁੰਦਾ, ਕੋਈ ਨਾ ਕੋਈ ਕਰਮ ਵਿੱਚ ਉਹ ਭੁੱਲ ਕਰ ਜਾਂਦਾ, ਕੋਈ ਨਾ ਕੋਈ ਕਰਮ ਸੰਸਾਰ ਦੇ ਅੰਦਰ ਉਹਦੇ ਕੋਲੋਂ ਇਸ ਤਰ੍ਹਾਂ ਦਾ ਹੋ ਜਾਂਦਾ ਜਿਹੜਾ ਕਰਮ ਗੁਰੂ ਤੇ ਰੱਬ ਦੇ ਅਨੁਕੂਲ ਨਹੀਂ।
ਪਰ ਸਾਧ ਸੰਗਤ ਅੱਜ ਪਾਤਸ਼ਾਹ ਨੇ ਕਿਹਾ ਜਿਹੜੇ ਕਰਮ ਚਿੱਤਰਗੁਪਤ ਨੇ ਲਿਖ ਲਏ ਨੇ, ਤੇਰੇ ਕੋਲੋਂ ਕਰਮ ਹੋ ਗਏ ਨੇ, ਹੁਣ ਉਹ ਕਰਮਾਂ ਦਾ ਹਿਸਾਬ ਤੈਨੂੰ ਦੇਣਾ ਨਹੀਂ ਪਏਗਾ, ਭੁਗਤੇਗਾ ਨਹੀਂ। ਕਿਉਂ? ਕਿਉਂਕਿ ਜਦੋਂ ਗੁਰੂ ਵਿੱਚ ਜਾਮਣ ਬਣ ਜਾਂਦਾ ਹੈ, ਤੂੰ ਅਰਦਾਸ ਕਰਦਾ ਹੈ, ਗੁਰੂ ਵਸੀਠ ਬਣ ਕੇ ਰੱਬ ਦੀ ਦਰਗਾਹ ਵਿੱਚ ਜੋ ਬਾਕੀ ਨਿਕਲਦੀ ਹੈ, ਭਾਵ ਤੇਰਾ ਹਿਸਾਬ ਨਿਕਲਦਾ ਹੈ, ਉਹਦੇ ਕੋਲੋਂ ਗੁਰੂ ਛਡਾਉਣ ਦੀ ਸਮਰੱਥਾ ਰੱਖਦਾ ਹੈ। ਤੂੰ ਗੁਰੂ ਦੇ ਚਰਨਾਂ ਵਿੱਚ ਢਹਿ ਕੇ ਅਰਦਾਸ ਕਰੀ, ਇਹ ਵਿਸ਼ਵਾਸ ਰੱਖੀ, ਗੁਰੂ ਰੱਬ ਦੀ ਦਰਗਾਹ ਤੱਕ ਜਾਮਣੀ ਪਾ ਕੇ ਕਹੇਗਾ, ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ, ਇਹਦਾ ਹਿਸਾਬ ਬਾਕੀ ਮੈਂ ਆਪੇ ਹੀ ਸਮਝ ਲਾਂਗਾ, ਇਹਦੇ ਕਾਗਜ਼ ਪਾੜ ਦਿਓ। ਸਾਧ ਸੰਗਤ ਇਹ ਸੱਚ ਹੈ, ਗੁਰੂ ਲਿਖੇ ਦੇ ਕਾਗਜ਼ ਪਾੜ ਦਿੰਦਾ ਹੈ। ਬਸ ਸ਼ਰਤ ਹੈ ਆਪਾਂ ਗੁਰੂ ਅੱਗੇ ਹਮੇਸ਼ਾ ਝੁੱਕ ਕੇ ਅਰਦਾਸ ਕਰੀਏ। ਹਰ ਕੇ ਸੰਤ ਜਪਿਓ ਮਨ ਹਰ ਹਰ, ਲਗ ਸੰਗਤ ਸਾਧ ਜਨਾ ਕੀ। ਕਹਿੰਦੇ ਭਾਈ ਹਰ ਕੇ ਸੰਤ ਰੱਬ ਦੇ ਪਿਆਰੇ ਜਪਣ ਵਾਲਿਆਂ ਦੇ ਕੋਲ ਬਹਿ ਕੇ ਸੰਗਤ ਵਿੱਚ ਜਪ ਨਾਮ, ਉਹਨਾਂ ਦੀ ਵਾਈਬ੍ਰੇਸ਼ਨ, ਉਹਨਾਂ ਦਾ ਔਰਾ ਤੇਰੀ ਸੁਰਤ ਟਿਕਾਉਣ ਵਿੱਚ ਸਹਾਈ ਹੋਏਗਾ। ਸਾਧ ਸੰਗਤ ਇਹ ਸੱਚ ਹੈ, ਰੁੱਤ ਦਾ ਵੀ ਸਰੀਰ ਉੱਤੇ ਅਸਰ ਪੈਂਦਾ ਹੈ, ਮੌਸਮ ਦਾ ਵੈਦਰ ਦਾ ਸਰੀਰ ਤੇ ਇਫੈਕਟ ਹੈ, ਜਗ੍ਹਾ ਵੀ ਬੰਦੇ ਉੱਤੇ ਇਫੈਕਟ ਪਾਉਂਦੀ ਹੈ। ਜਿਸ ਜਗ੍ਹਾ ਤੇ ਬੈਠੋਗੇ ਸੁਰਤ ਉਸ ਤਰ੍ਹਾਂ ਦੀ ਹੋਣ ਲੱਗ ਪੈਂਦੀ, ਜਿਸ ਤਰ੍ਹਾਂ ਦੇ ਬੰਦੇ ਗੱਲਾਂ ਕਰਨ ਸੁਰਤ ਉਸ ਤਰ੍ਹਾਂ ਦੀ ਹੋਣ ਲੱਗ ਜਾਂਦੀ। ਇਸ ਲਈ ਪਾਤਸ਼ਾਹ ਨੇ ਕਿਹਾ ਰੱਬ ਦੇ ਪਿਆਰੇ ਸੰਤ ਜਨ ਸਾਧੂਆਂ ਦੀ ਸੰਗਤ ਵਿੱਚ ਬਹਿ ਕੇ ਨਾਮ ਜਪੀ, ਉਹਨਾਂ ਦਾ ਔਰਾ, ਉਹਨਾਂ ਦੀ ਸੰਗਤ, ਉਹਨਾਂ ਦੀ ਵਾਈਬ੍ਰੇਸ਼ਨ ਤੇਰੀ ਸੁਰਤ ਟਿਕਾਉਣ ਵਿੱਚ ਨਾਮ ਜਪਣ ਵਿੱਚ ਸਹਾਈ ਹੋਏਗੀ। ਜਿਨੀਅਰ ਸੂਰ ਤ੍ਰਿਸ਼ਨਾ ਅਗਨ ਬੁਝਾਨੀ, ਸਿਵ ਚਰਿਓ ਚੰਦ ਚੰਦਾ ਕੀ। ਕਹਿੰਦੇ ਫਿਰ ਤੇਰੇ ਜੀਵਨ ਦੇ ਅੰਦਰ ਠੰਡਕ ਦੇਣ ਵਾਲਾ, ਤ੍ਰਿਸ਼ਨਾ ਦੀ ਅੱਗ, ਵਾਸ਼ਨਾ ਵਿਕਾਰਾਂ ਦੀ ਅੱਗ ਬੁਝਾਉਣ ਵਾਲਾ ਚੰਦ ਚੜ ਪਏਗਾ। ਪਹਿਲਾਂ ਦੋ ਸ਼ਬਦ ਵਰਤੇ, ਦਿਨੀਅਰ ਔਰ ਸੂਰ। ਵੈਸੇ ਦਿਨੀਅਰ ਦਾ ਅਰਥ ਵੀ ਸੂਰਜ ਹੈ, ਸੂਰ ਦਾ ਅਰਥ ਵੀ ਸੂਰਜ ਹੈ। ਇੱਥੇ ਦੋ ਸ਼ਬਦ ਵਰਤਣ ਵਿਦਵਾਨਾਂ ਨੇ ਅਰਥ ਕੀਤੇ। ਸਾਧ ਸੰਗਤ ਦਿਨੀਅਰ ਦਾ ਅਰਥ ਹੈ ਜਦੋਂ ਸੂਰਜ ਦੀ ਲੋ ਲੱਗਦੀ ਹੈ। ਤੁਸੀਂ ਵੇਖੋਗੇ ਸੂਰਜ ਦੀ ਲਾਲੀ ਚੜੀ, ਜਦੋਂ ਸਵੇਰੇ ਸੂਰਜ ਉੱਗਦਾ ਉਦੋਂ ਉਹਦੀ ਇੰਨੀ ਤਪਸ਼ ਨਹੀਂ, ਉਹਦੀ ਤਪਸ਼ ਘੱਟ ਹੈ। ਜਿਵੇਂ ਜਿਵੇਂ ਸੂਰਜ ਸਿਖਰ ਅਸਮਾਨ ਵੱਲ ਜਾਂਦਾ ਹੈ, ਉਹ ਸੂਰਜ ਦੀ ਤਪਸ਼ ਵੱਧਦੀ ਹੈ। ਸਾਹਿਬ ਕਹਿੰਦੇ ਨੇ ਸਵੇਰੇ ਸੂਰਜ ਚੜ੍ਹਨ ਤੋਂ ਲੈ ਕੇ ਸਿਖਰ ਜੋਬਨ ਤੱਕ ਇਹ ਅੰਦਰ ਤ੍ਰਿਸ਼ਨਾ ਦੀ ਅੱਗ ਵੱਧਦੀ, ਭਾਵ ਜਿਵੇਂ ਜਿਵੇਂ ਤੇਰੀ ਉਮਰ ਵੱਧਦੀ ਹੈ, ਤ੍ਰਿਸ਼ਨਾ ਦਾ ਸੂਰਜ ਤੇਜ਼ ਹੁੰਦਾ ਜਾਂਦਾ ਹੈ, ਅੰਦਰ ਦੀ ਤਪਸ਼ ਵਿਕਾਰਾਂ ਦੀ ਵੱਧਦੀ ਜਾਂਦੀ ਹੈ, ਉਮਰ ਘਟਦੀ ਜਾਂਦੀ ਹੈ, ਤ੍ਰਿਸ਼ਨਾ ਤੇ ਵਿਕਾਰ ਵੱਧਦੇ ਜਾਂਦੇ ਨੇ। ਫਿਰ ਇੱਕੋ ਹੀ ਰਸਤਾ ਰਹਿ ਜਾਂਦਾ ਹੈ, ਗੁਰੂ ਦਾ ਦਿੱਤਾ ਨਾਮ ਜਪ, ਅਰਦਾਸ ਕਰ, ਗੁਰੂ ਦੀ ਕਿਰਪਾ ਹੋਏਗੀ। ਜਦੋਂ ਚੰਦ ਦੂਜੀ ਦਿਸ਼ਾ ਤੋਂ ਉੱਗਣ ਲੱਗ ਪੈਂਦਾ ਹੈ, ਯਾਦ ਰੱਖੀ ਸੂਰਜ ਦੀ ਤਪਸ਼ ਘਟਣ ਲੱਗ ਪੈਂਦੀ। ਤੁਸੀਂ ਵੇਖਦੇ ਹੋ ਸੂਰਜ ਸ਼ਾਮ ਨੂੰ ਢਲਦਾ, ਦੂਜੀ ਦਿਸ਼ਾ ਵੱਲ ਵੇਖਿਓ ਤੁਹਾਨੂੰ ਚੰਦਰਮਾ ਦਿਸਣ ਲੱਗ ਪੈਂਦਾ। ਜਦੋਂ ਚੰਦਰਮਾ ਆਕਾਸ਼ ਵਿੱਚ ਦਿਸਣ ਲੱਗ ਜਾਏ, ਉਦੋਂ ਸੂਰਜ ਦੀ ਤਪਸ਼ ਘਟਣੀ ਸ਼ੁਰੂ ਹੋ ਜਾਂਦੀ ਹੈ। ਜਿੱਦਣ ਸ਼ਬਦ ਦਾ ਚੰਦਰਮਾ ਅੰਦਰ ਗੁਰੂ ਦੀ ਕਿਰਪਾ ਨਾਲ ਥੋੜੀ ਜਿਹੀ ਲੋ ਕਰਨ ਲੱਗ ਜਾਏ, ਉਦਣ ਤ੍ਰਿਸ਼ਨਾ, ਸੂਰਜ ਦੀ ਤ੍ਰਿਸ਼ਨਾ ਦੀ ਅੱਗ ਵਿਕਾਰਾਂ ਦੀ ਆਪਣੇ ਆਪ ਘਟ ਜਾਏਗੀ। ਪਾਤਸ਼ਾਹ ਕਹਿੰਦੇ ਨੇ ਭਾਈ ਇਸ ਤਰ੍ਹਾਂ ਅੰਦਰ ਫਿਰ ਚੰਦਰਮੇ ਦੀ ਠੰਡਕ ਬਣ ਜਾਂਦੀ ਹੈ। ਤੁਮ ਵੱਡ ਪੁਰਖ ਵੱਡ ਅਗਮ ਅਗੋਚਰ, ਤੁਮ ਆਪੇ ਆਪ ਅਪਾਕੀ। ਹੇ ਅਕਾਲ ਪੁਰਖ ਵਾਹਿਗੁਰੂ, ਤੁਸੀਂ ਸਰਬ ਵਿਆਪਕ ਹੋ। ਵੱਡ ਪੁਰਖ, ਅਗੰਮ ਦਾ ਅਰਥ ਪਹੁੰਚ ਤੋਂ ਪਰੇ ਹੋ, ਅਗੋਚਰ ਦਾ ਅਰਥ ਇੰਦਰੀਆਂ ਤੋਂ ਪਰੇ ਹੋ। ਹੇ ਵਾਹਿਗੁਰੂ, ਤੁਸੀਂ ਆਪੇ ਹੀ ਆਪ ਸਭ ਪਾਸੇ ਹੋ। ਜਨ ਨਾਨਕ ਕੋ ਪ੍ਰਭ ਕਿਰਪਾ ਕੀਜੈ, ਕਰ ਦਾਸਨ ਦਾਸ ਦਸਾਕੀ। ਇੱਕ ਅਕਾਲ ਪੁਰਖ ਵਾਹਿਗੁਰੂ ਕਿਰਪਾ ਤਰਸ ਦਇਆ ਮਹਿਰਾਮਤ ਕਰੋ, ਆਪਣੇ ਜਨ ਉੱਤੇ ਕਿਰਪਾ ਕਰੋ, ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਕੇ ਰੱਖ ਲਓ। ਤਿੰਨ ਸ਼ਬਦ ਕਹਿੰਦੇ, ਦਾਸਨ ਦਾਸ ਦਸਾਕੀ, ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਕੇ ਰੱਖੋ। ਇਹਦਾ ਭਾਵ ਹੈ ਇੰਨੀ ਕੁ ਨਿਰਮਾਣਤਾ ਸਿੱਖ ਦੇ ਅੰਦਰ ਹੋਣੀ ਚਾਹੀਦੀ ਹੈ। ਗੁਰਸਿੱਖੀ ਬਾਰੀਕ ਹੈ ਖੰਡੇ ਧਾਰ ਗਲੀ ਅਤ ਭੀੜੀ, ਧਰਤੀ ਪੈਰਾਂ ਹੇਠ ਹੈ, ਪੈਰਾਂ ਧਰਤੀ ਹੇਠ ਵਸੰਦਾ ਪਾਣੀ, ਪਾਣੀ ਚੱਲੇ ਨਿਮਾਣੋ ਨਿਰਮਲ ਸ਼ੀਤਲ ਸ਼ੁੱਧ ਪ੍ਰਾਣੀ, ਬਹੁ ਰੰਗੀ ਇੱਕ ਰੰਗ ਹੋਏ ਸਭਨਾ ਅੰਦਰ ਇੱਕੋ ਜਾਣੀ। ਅਖੀਰ ਤੇ ਕਿਹਾ ਗੁਰਸਿੱਖੀ ਦੀ ਇਹ ਨਿਸ਼ਾਨੀ, ਇਹ ਗੁਰਸਿੱਖੀ ਦੀ ਨਿਸ਼ਾਨੀ ਕਿ ਦਾਸਾਂ ਦੇ ਦਾਸ ਹੋਣ ਦੀ ਅਰਦਾਸ ਕਰ। ਸਤਿਗੁਰ ਦੇ ਚਰਨਾਂ ਵਿੱਚ ਅਰਦਾਸ ਕੀਤੀ, ਦਾਤਾ ਆਪਣੇ ਦਾਸਾਂ ਦੇ ਦਾਸਾਂ ਦਾ ਵੀ ਦਾਸ ਬਣਾ ਕੇ ਰੱਖੋ। ਸਾਧ ਸੰਗਤ ਅੱਜ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਕੌਮ ਦੇ ਮਹਾਨ ਜਰਨੈਲ ਦਾ ਸ਼ਹੀਦੀ ਦਿਹਾੜਾ ਹੈ। ਥੋੜਾ ਜਿਹਾ ਧਿਆਨ ਦਿਓ, 5-7 ਮਿੰਟ ਆਪਾਂ ਇਤਿਹਾਸ ਦੀ ਥੋੜੀ ਜਿਹੀ ਝਾਤ, ਪੰਛੀ ਝਾਤ ਨਾਲ ਚੱਲਣਾ।
इतिहास तुसीं सुनते रहंदे हो। इंज कह लईए सिख कौम का पहला बादशाह होया बाबा बंदा सिंह बहादुर, जिन्होंने धन श्री गुरु गोबिंद सिंह महाराज जी ने थप्पड़ा दे के नांदेड़ साहब की धरती तो घल्लिया। और साध संगत पातशाह ने सारा दसिया, गुरु गोबिंद सिंह महाराज जी के छोटे साहबजादे वजीर खान के हुक्म नाल कंधां बेचण दिते गए। ये बड़ा वड्डा तशद्दद सी, उम्रां छोटियां सन पर साध संगत सक के बहुत वड्डे कर देते। कई बार आपां गल्लां विच इस तरह गल कहिंदे जी निक्कियां जिंदां वड्डे सके, पर माफ़ करियो जिंदां निक्कियां नहीं, वो जिंदां तां बहुत वड्डियां सन जिहड़ियां नीहां विच खलो के भी डोलियां नहीं। साध संगत धन श्री गुरु गोबिंद सिंह महाराज जी ने सारा कुछ उस बाबा बंदा सिंह बहादुर नूं सुनाया। बड़े रोह नाल भरिया पातशाह ने थापड़ा दे के सिखां समेत पंजाब वल घल्लिया। नाल कहा सब सिखां नूं नाल लैके चलना और एक हुक्म किया, मेरे पुत्रां दी शहादत का बदला बाद विच लई। बाबा बंदा सिंह बहादुर नूं हुक्म किया पंजाब दी धरती ते जाना है, पहलां उस धर्मी फकीर पीर बाबा बुद्धू शाह दे कतल का बदला लेना है, जिहड़ा 5 वक्त का पक्का नवाजी 40 रोजे रखण वाला धर्मी इस्लामी बंदा है। इहो जिहे धर्मी फकीर का कतल करन वाले जरनैल नूं सजा देनी। इसलिए इतिहास पढ़ियो, पहला हमला बाबा बंदा सिंह बहादुर ने सढौरे ते कीता। पहला हमला सरहंद उत्ते नहीं, सढौरे ते हमला करके सढौरे दे पीर बाबा बुद्धू शाह दे कतल करन वाले सढौरे दे जरनैल नूं सजा दित्ती। उस तो बाद समाणे ते हमला किया। फिर बाबा बंदा सिंह बहादुर ने पंजाब के माझा मालवा दुआबे तो सिख इकट्ठे किए और पहाड़ी गिणती में जिथे आ चप्पड़ चिड़ी का मैदान है सरहंद के वजीर खान नूं ललकारिया। कई दिन उड़ीक करते रहे। साध संगत विचों बाबा विनोद सिंह बाबा भाज सिंह कहते रहे हमला क्यों नहीं करते, आप किस दी उड़ीक कर रहे हो। बाबा बंदा सिंह बहादुर ने कहा 2 कारण ने, एक तो ये धन गुरु गोबिंद सिंह महाराज के साहबजादियां की शहादत इस वजीर खान के हुक्म नाल होई है। मैं चाहुंदा पूरा पंजाब उहदा नशर विखे। ते दूजा सतगुरु धन गुरु गोबिंद सिंह महाराज सच्चे पातशाह ने हुक्म दिता सी सब नूं नाल लैके चलने। ये जित मैं कला अपने सिर नहीं, ये खालसा पंथ की जित होएगी। साध संगत चप्पड़ चिड़ी के मैदान में कई दिन उड़ीक करते रहे। इधर सब रियासतां दे जिन्नी फौज सी वजीर खान ने इकट्ठी कर ली, वो भी तैयारी करता रहा। जिन्हों चप्पड़ चिड़ी अज कहिंदे, वैसे इतिहासक स्रोत ने कदे ओदा नाम साध संगत छप्पड़ चिड़ी सी। छप्पड़ का अर्थ हुंदा है पानी, जिथे पानी इकत्तर वो चिड़ी और पानी उत्ते बाबा बंदा सिंह बहादुर ने उत्थे फौज इकट्ठी की, क्योंकि जंग में पानी की जरूरत सी। एक चिड़ी दे कोल छप्पड़ सी, वो खुले मैदान में बाबा बंदा सिंह बहादुर ने अपने खालसे सिख इकट्ठे किए। इंग्लिश में जदों तुसीं लिखोगे छप्पड़ ते चप्पड़ दे साध संगत इक्को स्पैलिंग बनते, सहजे सहजे फिर वह नाम चप्पड़ चिड़ी पै गया। उंज वो इतिहास के पुराने सुरतां में छप्पड़ चिड़ी वह नाम। खैर उत्थे इकत्तर किया खालसा, बड़ी कमसान की युद्ध हुई। वजीर खान वो किते की सज़ा दी गई, पूरा सरहंद ढा दिता गया। पहली वार सरहंद की धरती उत्ते केसरी निशान चलाया बाबा बंदा सिंह बहादुर ने। साध संगत पहले सिख कौम के बादशाह होए और सिक्का चलाया। इन्नी वड्डी जित तो बाद एक चीज़ हुण ध्यान में सोचो, बंदे नूं थोड़ी जी जित मिल जाए ना, वो जदों भी कदे नाम चलदा पहला अपने प्यो दादियां दा अपना नाम मोरे रखदा। पर धन बाबा बंदा सिंह बहादुर जदों राज कायम किया, पहला सिक्का चलाया, उदों सिक्के उत्ते अपना नाम नहीं लिखिया, बाबा बंदा सिंह बहादुर ने लिखिया देगो तेगो वाह फतेह नुसरत वेत रंग जाफत अज नानक गुरु गोबिंद सिंह। ਉਹਦੇ ਉੱਤਰ भी लिखिया ये राज धन गुरु नानक गुरु गोबिंद सिंह महाराज की बख्शिश नाल कायम होया। सिक्के उत्ते भी गुरु नानक ते गुरु गोबिंद सिंह महाराज का नाम। मैनू माफ़ करियो, इत्थे थोड़ा जिहा राज भावें लोकां दी सहायता नाल आ जाए, बड़े दुख की गल है। राशन भी वंडना होवे, कई महीने लोग लेट हो गए। पुछया क्यों, कहंदे जी राजे ने अपनी फोटो उपर छापनी है। हद हो गई गल वाली, जिहदे हुक्म दे अंदर सब कुछ मिलिया होवे, संसार के अंदर इन्नी वड्डी त्रासदी भयानक बीमारी होवे, लोकां नूं हंकार की भुख है मेरी फोटो छप जाए। साध संगत बाबा बंदा सिंह बहादुर दे राज वर्गा राज केड़ा होना, इन्ना वड्डा राज कायम करके भी नाम अपना नहीं। इक्को गल लिखी याफत अज नानक गुरु गोबिंद सिंह। वो दुनिया के लोगों, ये राज मैं नहीं, ये गुरु गोबिंद सिंह महाराज की बख्शिश नाल कायम होया।
खैर 8 साल पूरे पंजाब हिंदुस्तान उत्ते बाबा बंदा सिंह बहादुर की जय जयकार हुई। मैं संक्षेप में कहना है, वक्त आया जदों गढ़ी गुरदास नंगल में घेरा पै गया। 8 महीने तो वध घेरा पिया रहा। अखीर अंदर राशन मुक गया। पत्ते खा के दरख्तों के छिलड़ खा के गुजारा करते रहे। इत्थों तक हिस्टरी में लिखे पट का मांस रिन रिन के बना के खाते रहे। वक्त आया साध संगत, फौज ने घेरा पा के सब कुछ, अंदर कई सिख भुखण भाने शहीद हो गए। अखीर 700 तो वध सिख गिरफ्तार कर ले गए। बाबा बंदा सिंह बहादुर उन्होंने धर्म पत्नी माता सुशील कौर और छोटा 3 साल का बच्चा कैद करके साध संगत दिल्ली नूं लै गए। इतिहास कहता है 700 गड्ढे उस वक्त सिखां दे सिरां दे भर के लैके गए। नेजियां उत्ते सिर टंग लै गए। 780 के करीब सिख कैद करके दिल्ली नूं लै गए। फरुखशीयर के दरबार में पेश किए। हर रोज़ 10, 20, 50 करके सिखां दे सिर वड्डण लग पे। एक उत्थे छोटी जी घटना हुई साध संगत। वक्त आया सिखां की कतार ला दी। काजी ते फरुखशीयर पुछदे 2 रस्ते ने भाई तुहाडे कोल। एक रस्ता कुरान वाल दे पासे दा, कुरान का कलमा पढ़ लो, दीन इस्लाम कबूल कर लो, तुसीं बच जाओगे। दूजा रस्ता सिखो तुहाडे वास्ते किरपान का रस्ता है। जा ते किरपान नाल सिर वड्डिया जाएगा, जा कुरान का कलमा पढ़ लो, तुहाडी जान बच जाएगी। कल्ले कल्ले सिख नूं पुछदे ने किलमा पढ़ना कि किरपान चाहिदी है। हर सिख अगे होकर कहंदा किरपान चाहिदी है। साध संगत कल्ले कल्ले का सिर वढ़दे रहे। रोज़ 25, 25, 30, 50 सिखां दे सीस धड़ नालों अलग होंदे रहे। एक दिन लंबी कतार में पिछे खलोते एक सिख ने हथ खड़ा किया। काजी ते फरुखशीयर वेख के खुश होए। इन्नी भीड़ ते तशद्दद में जे किसी ने हथ खड़ा किया, शायद ये ईन मनना चाहता है, शायद ये इस्लाम कबूल कर लेगा, शायद ये दीन इस्लाम कबूल करके कुरान का कलमा पढ़ ले तैयार है। जदों सिख ने पिछों हथ खड़ा किया, जी मैं कुछ कहना चाहना। काजी ते फरुखशीयर खुश होए, अगे बुला लिया। दस वे की कहना। वो सिख ने इको गल कही, भावें फरुखशीयर ते काजी दे मन अंदर ए सी शायद ईन मनन वास्ते अगे आया, पर वो सिख ने कहा काजी साहब हर रोज़ कल्ले कल्ले सिख नूं पुछदे हो कुरान का कलमा पढ़ना कि किरपान नाल अपना सिर धड़ अलग कराउणा है, रोज़ पुछ के वक्त जाया करदे हो। मैं इको ही गल कहनी चाहुंदा, ये जिन्ने खलोते ने किसे एक ने भी कलमा पढ़ना नहीं, पुछ के वक्त खराब ना करो। सारियां दा सीस अज ही वढ़ दिओ, असीं सीस देण लई तैयार। साध संगत इस तरह की दृढ़ता सिखां दे अंदर, कल्ले कल्ले नूं पुछ के कहना वक्त खराब ना करो। खैर उस दिन गुस्से में फरुखशीयर ने 100 तो वध सिखां दे सिर धड़ नालों अलग किए। जिहड़ी जगह उत्ते सिखां नूं कतल करदे रहे। वक्त आया बाबा बंदा सिंह बहादुर की शहादत उत्थे नहीं हुई। उत्थों थोड़े मील हट गए, जिथे अज दिल्ली विच महरौली है, उत्थे साध संग ख्वाजा मुख्तियार खिजर का एक कबर है। उस जगह उत्ते कबर बहादुर शाह की कबर बनाई गई। उस जगह उत्ते बाबा बंदा सिंह बहादुर नूं लै गए। क्यों? इतिहास के स्रोत कहते हैं बहादुर शाह ने गुरु गोबिंद सिंह महाराज नाल धोखा किया, राज लैके किया, वादा पूरा नहीं किया। अखीर बंदा वो बाबा बंदा सिंह बहादुर तो डरदियां बहादुर शाह पागल हो गया। इन्ना क पागल होया, उन्हें कहा जिन्ने कुत्ते रात नूं भौंकदे ने मेरे राज विच कुत्ते मार दिओ। ये भौंकदे ने, डर लगदा है बाबा बंदा सिंह बहादुर आ गया। जदों कोई खच्चरां तुरदियां ने पौड़ां तो ऐ लगदा है बाबा बंदा सिंह बहादुर की फौज आ गई है। डरदा पागलों की तरह उच्ची उच्ची दिन रात कूकदा रहिंदा सी। पागल होकर बहादुर शाह मर गया। जिथे उहदी कबर बनी उस जगह ते बाबा बंदा सिंह बहादुर नूं शहीद करने लैके गए। क्यों? शायद इस बहादुर शाह की आत्मा नूं कोई शांति मिल जाए, शायद अजे भी तड़फदा डरदा होना। खैर उत्थे बाबा बंदा सिंह बहादुर के सामने साध संगत बचदे सिखां दे इक्को बार वे धड़ सिर नालों जलादां ने अलग कर दिते। जदों धड़ तो सिर अलग किते, बाबा बंदा सिंह बहादुर ने वेख्या सिरां दे ढेर लग गए। सारी धरती लाल रंग का लोग दा फर्श विस गया। कोल खलोते बाबा बंदा सिंह बहादुर ने अखां बंद कर ली। फरुखशीयर बोलिया क्यों बाबा जी डर गए हो, अखां बंद कर लिया क्यों? कहने लगे डर के नहीं। कहने लगे फिर खून वेख्या नहीं जा रहा होना, इन्ने सिखां दे सिर इक्को वार विच कढ़ दिते, तुहानूं शायद तां अखां बंद कर लिया। बाबा बंदा सिंह बहादुर ने कहा नहीं फरुखशीयर, मैं अखां बंद करके अपने कलगीधर दशमेश पिता नूं याद किया। एक मन विच गल कही है कलगियां वालिया, जेड़े सिख धर्म युद्ध विच बाद विच आए उन्होंने तू अपनी गोद विच पहलां बुला लिया,
इस बंदा सिंह बहादुर ਨੂੰ ਬੁਲਾਉਣ ਵਿੱਚ ਦੇਰੀ ਕਿਉਂ ਕਰ ਰਹੇ ਹੋ। ਸਾਧ ਸੰਗਤ ਅਖੀਰ ਬਾਬਾ ਬੰਦਾ ਸਿੰਘ ਬਹਾਦਰ ਦੀ ਗੋਦ ਵਿੱਚ ਪੌਣੇ 4 ਸਾਲ ਦਾ ਉਹਨਾਂ ਦਾ ਪੁੱਤਰ ਕਵਰ ਅਜੇ ਸਿੰਘ ਬਿਠਾ ਦਿੱਤਾ ਗਿਆ। ਕਹਿਣ ਲੱਗੇ ਛਾਤੀ ਵਿੱਚ ਖੰਜਰ ਮਾਰ ਕੇ ਮਾਰੋ। ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਇਹ ਨਹੀਂ ਹੋ ਸਕਦਾ, ਇਹ ਤਾਂ ਮੇਰਾ ਆਪਣੇ ਔਫਰਕਸ਼ਰ, ਜੇ ਮੇਰੀ ਗੋਦ ਵਿੱਚ 13 ਪੁੱਤਰ ਵੀ ਹੋਵੇ ਕੋਈ ਉਹਨੂੰ ਵੀ ਕਵੇ ਖੰਜਰ ਮਾਰ ਕੇ ਕਤਲ ਕਰ, ਮੈਂ ਤੇਰੇ ਪੁੱਤਰ ਦੇ ਵੀ ਖੰਜਰ ਨਹੀਂ ਮਾਰ ਸਕਦਾ। ਅਖੀਰ ਬਾਬਾ ਬੰਦਾ ਸਿੰਘ ਬਹਾਦਰ ਦਾ ਪੁੱਤਰ ਸਾਹਮਣੇ ਸਾਧ ਸੰਗਤ ਚੀਰ ਦਿੱਤਾ ਗਿਆ, ਦਿਲ ਕੱਢ ਕੇ ਮੂੰਹ 'ਚ ਪਾਇਆ। ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤ ਦੇ ਟੋਟੇ ਕਰਕੇ ਪੌਣੇ 4 ਸਾਲ ਦੇ ਰੱਸੀ ਪਰੋ ਕੇ ਗਲ ਵਿੱਚ ਪਾ ਦਿੱਤੇ। ਫਿਰ ਇੱਕ ਅੱਖ ਬਾਬਾ ਬੰਦਾ ਸਿੰਘ ਬਹਾਦਰ ਦੀ ਕੱਢੀ, ਤਸੀਹੇ ਦਿੰਦਿਆਂ ਦੂਜੀ ਅੱਖ ਕੱਢੀ, ਜੀਭ ਵੱਢ ਦਿੱਤੀ ਗਈ, ਲੱਤਾਂ ਕੱਢ ਦਿੱਤੀਆਂ ਗਈਆਂ, ਜਮੂਰਾਂ ਨਾਲ ਮਾਸ ਕੋ ਕੇ ਅੰਤ ਬਾਬਾ ਬੰਦਾ ਸਿੰਘ ਬਹਾਦਰ ਨੂੰ ਅੱਜ ਦੇ ਦਿਨ ਸ਼ਹੀਦ ਕਰ ਦਿੱਤਾ ਗਿਆ। ਸਾਧ ਸੰਗਤ ਉਸ ਮਹਾਨ ਸੂਰਵੀਰ ਯੋਧੇ ਜਰਨੈਲ ਦਾ ਅੱਜ ਦਿਨ ਮਨਾ ਰਹੇ ਹੋ। ਮੈਂ ਇੱਕ ਗੱਲ ਕਹਿ ਕੇ ਅੱਗੇ ਤੁਰਨਾ। ਸਾਧ ਸੰਗਤ ਭਾਰਤ ਦੇ ਲੋਕਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ, ਤੁਸੀਂ ਅੱਜ ਤੱਕ ਕਹਾਣੀਆਂ ਪੜ੍ਹਾਉਂਦੇ ਰਹੇ ਹੋ, ਪਾਣੀਪਤ ਦੀ ਜੰਗ, ਪਲਾਸੀ ਦਾ ਯੁੱਧ, ਹਾਰਿਆਂ ਹੋਇਆਂ ਦੀਆਂ ਕਥਾਵਾਂ ਸੁਣਾਉਂਦੇ ਰਹੇ ਹੋ। ਔਰ ਕਦੇ ਭਾਰਤ ਦੇ ਲੋਕੋ ਆਪਣੇ ਬੱਚਿਆਂ ਨੂੰ ਇਹ ਜ਼ਰੂਰ ਸੁਣਾਓ, ਸਦੀਆਂ ਤੋਂ ਭਾਰਤ ਗੁਲਾਮੀ ਦੇ ਸੰਗਲਾਂ ਵਿੱਚ ਜਕੜਿਆ ਪਿਆ ਸੀ। ਸਦੀਆਂ ਤੋਂ ਗੁਲਾਮੀ ਦੇ ਸੰਗਲਾਂ ਵਿੱਚ ਜਕੜੇ ਹੋਏ ਭਾਰਤ ਨੂੰ ਜੇ ਕਿਸੇ ਨੇ ਆਜ਼ਾਦ ਕਰਾਇਆ, ਬਾਬਾ ਬੰਦਾ ਸਿੰਘ ਬਹਾਦਰ ਨੇ ਆਜ਼ਾਦ ਕਰਾਇਆ। ਉਹਦੀ ਕਹਾਣੀ, ਉਹਨਾਂ ਦੀ ਗਾਥਾ ਸਕੂਲਾਂ ਵਿੱਚ ਜ਼ਰੂਰ ਪੜ੍ਹਾਉਣੀ ਚਾਹੀਦੀ ਹੈ। ਖੈਰ ਆਓ ਸਾਧ ਸੰਗਤ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦਾ ਪ੍ਰਕਾਸ਼ ਪੁਰਬ ਹੈ। ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਮਾਂ ਗੰਗਾ ਜੀ ਨੂੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਘੱਲਿਆ। ਕਈ ਵਾਰ ਇੱਥੇ ਕਿ ਇਤਰਾਜ਼ ਕਰਦੇ ਨੇ, ਪਰ ਮਾਫ ਕਰਿਓ, ਇਹ ਗੱਲ ਸਮਝ ਲਿਓ ਸਿੱਖੋ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪ੍ਰਕਾਸ਼ ਲਈ ਬਾਬਾ ਬੁੱਢਾ ਸਾਹਿਬ ਨੂੰ ਵਡਿਆਈ ਦਿੱਤੀ ਗਈ। ਕਿਉਂ ਵਡਿਆਈ ਦਿੱਤੀ? ਇਸ ਗੱਲ ਦੀ ਪ੍ਰੋੜਤਾ ਕੀਤੀ, ਗੁਰ ਸਿੱਖਾਂ ਅੰਦਰ ਸਤਿਗੁਰ ਵਰਤ ਹੈ। ਚੁਣ ਕੱਢੇ ਲੱਦੋ ਵਾਰੇ, ਗੁਰੂ ਅਰਜਨ ਦੇਵ ਮਹਾਰਾਜ ਨੇ ਸਾਨੂੰ ਰਾਹ ਦੱਸਿਆ। ਓਏ ਦੁਨੀਆ ਦੇ ਧਨ ਦੌਲਤ ਪਦਾਰਥ ਪੁੱਤਰ ਧੀਆਂ, ਮਾਣ ਮੰਗੋ ਤਾਣ ਮੰਗੋ, ਧਨ ਲਖਮੀ ਸੁੱਤ ਦੇ, ਕੁਝ ਵੀ ਚਾਹੀਦਾ ਹੋਵੇ ਜਾਂ ਗੁਰੂ ਕੋਲੋਂ ਸਭ ਕੁਝ ਮਿਲਦਾ। ਗੁਰੂ ਦੇ ਦਰ ਉੱਤੇ ਚਿੱਤ ਜੋੜ ਕੇ ਸੇਵਾ ਕਰੀ। ਪੰਕਤੀਆਂ ਮੈਂ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚੋਂ ਕਹਿਣੀਆਂ ਨੇ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਬਚਨ ਕਹੇ, ਗੰਗਾ ਜੀ ਜੇ ਤੁਹਾਨੂੰ ਸ਼ਰੀਕਾਂ ਮਿਹਣਾ ਮਾਰਿਆ, ਇਹਨਾਂ ਦੇ ਔਲਾਦ ਨਹੀਂ ਹੋਣੀ, ਲੋਕਾਂ ਦਾ ਕੀ ਹੈ? ਜਨਮ ਮਰਨ ਰੱਬ ਦੇ ਹੱਥ ਹੈ। ਦੁਨੀਆ ਦੇ ਹੱਥ ਹੋਵੇ ਤਾਂ ਇਸਕੇ ਹਾਥ ਹੋਏ ਤਾਂ ਸਭ ਕੁਛ ਲੈ, ਸਭ ਕੁਛ ਰੱਬ ਦੇ ਹੱਥ ਹੈ। ਜਾਓ ਗੁਰੂ ਨਾਨਕ ਦਾ ਵਾਸਾ ਬਾਬੇ ਬੁੱਢੇ ਵਿੱਚ ਹੈ, ਬਾਬੇ ਬੁੱਢੇ ਕੋਲ ਸੇਵਾ ਕਰਕੇ ਅਰਦਾਸ ਕਰਾਓ। ਮਹਾਰਾਜ ਸੇਵਾ ਕਿਵੇਂ ਕਰਨੀ? ਪਾਤਸ਼ਾਹ ਨੇ ਬਚਨ ਕਹੇ, ਅੰਮ੍ਰਿਤ ਵੇਲੇ ਭੋਰ ਉੱਠ ਇਸ਼ਨਾਨ ਕਰਨਾ। ਸਾਹਿਬ ਨੇ ਕਿਹਾ, ਪ੍ਰਥਮ ਇਸ਼ਨਾਨੋ ਪੁੰਨ ਕ੍ਰਿਤ ਠਾਨੋ। ਇਸ਼ਨਾਨ ਕਰਕੇ ਫਿਰ ਕੀ ਕਰਨਾ? ਅੰਨ ਸੁਧਾਰੋ ਸ਼ੁਭ ਤਿਸ ਕਾਲ। ਪਹਿਲੇ ਪੈਰ 1 ਤੋਂ 3 ਵਜੇ ਦੇ ਵਿਚਕਾਰ ਉੱਠਣਾ। ਕੇਸੀ ਇਸ਼ਨਾਨ ਕਰਕੇ ਅੰਨ ਸੁਧਾਰਨਾ, ਭਾਵ ਭੋਜਨ ਬਣਾਉਣਾ। ਬਾਣੀ ਪੜ੍ਹਦੇ ਆ ਫਿਰ ਅਰਧ ਚਣਕ ਗੋ ਧੂਮ ਮਿਲਾਵੋ, ਆਪੇ ਪੀਸੋ ਲਿਓ ਪਕਾਏ। ਗੰਗਾ ਜੀ ਅੱਧੇ ਕਣਕ ਤੇ ਅੱਧੇ ਛੋਲਿਆਂ ਦੇ ਦਾਣੇ ਪੀਸ ਲਿਓ, ਮਿੱਸਾ ਆਟਾ ਬਣਾ ਕੇ ਉਹਦੇ ਪ੍ਰਸ਼ਾਦੇ ਬਣਾਇਓ, ਨਮਕ ਤੇ ਪਿਆਜ਼ ਉਹਦੇ ਵਿੱਚ ਪਾ ਕੇ ਮਿੱਸੇ ਪ੍ਰਸ਼ਾਦੇ ਬਣਾਉਣੇ ਨੇ। ਅੱਗੇ ਫਿਰ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਨੇ ਸੇਵਾ ਦਾ ਰਾਹ ਦੱਸਿਆ। ਅਰਧ ਚਣਕ ਗੋ ਧੂਮ ਮਿਲਾਵੋ, ਆਪੇ ਪੀਸੋ ਲਿਓ ਪਕਾਏ। ਮੋਟ ਰੋਟਕਾ ਲਵਣ ਅਮੇਜੀ, ਤੈ ਉਪਰ ਬਹੁ ਕ੍ਰਿਤ ਕੋ ਪਾਏ। ਦਦ ਮਥੀਐ, ਦਹੀਂ ਰਿੜਕ ਲਿਓ ਥੋੜਾ ਜਿਹਾ। ਕੀ ਕਰਨਾ? ਦਦ ਮਥੀਐ ਥੋੜਾ ਜਲ ਪਾਵੋ, ਸੰਗਣੀ ਛਾਸ਼ ਤਨਕ ਤੁਰ ਛਾਏ। ਛਾਸ਼ ਕਹਿੰਦੇ ਲੱਸੀ ਨੂੰ। 1 ਕਟੋਰਾ ਲੱਸੀ ਦਾ ਨਾਲ ਲੈ ਲਿਓ, 5-4 ਪ੍ਰਸ਼ਾਦੇ ਮਿੱਸੇ ਬਣਾ ਲਿਓ ਤੇ ਫਿਰ ਨਾਲ 2 ਗੰਢੇ ਰੱਖ ਲਿਓ ਤੁਰਨ ਲੱਗੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੇਵਾ ਦਾ ਰਸਤਾ ਦੱਸ ਰਹੇ ਨੇ। ਕਹਿੰਦੇ ਦਦ ਮਥੀਐ ਥੋੜਾ ਜਲ ਪਾਵੋ, ਸੰਗਣੀ ਛਾਸ਼ ਤਨਕ ਤੁਰ ਛਾਏ। ਤੇ ਫਿਰ ਕੀ ਕਰਨਾ? ਧੂਪ ਦਿਓ ਲਿਓ ਵਾਸਨ ਪਾਈ, 2-3 ਗੱਠੇ ਸਧੂਲ ਮੰਗਾਏ। ਪਾਇਨ ਨਗਨ, ਪੈਰਾਂ 'ਚ ਜੋੜਾ ਨਹੀਂ ਪਾਉਣਾ, ਉਹ ਪਾਇਨ ਅਸਲ ਹੈ। ਨਿਜ ਸਿਰ ਧਰ ਗਮਨੋ ਤਿਸ ਪਾਸ। ਇੱਥੋਂ ਕਿੰਨੇ ਮੀਲ ਹੈ ਬਾਬੇ ਦੀ ਬੀੜ। ਸਾਧ ਸੰਗਤ ਤੁਸੀਂ ਜਾਂਦੇ ਹੋ ਝਬਾਲ ਦੀ ਧਰਤੀ ਤੇ, ਕਿੰਨੀ ਕਠਨ ਸੇਵਾ ਹੈ। ਪੈਰਾਂ ਵਿੱਚ ਜੋੜਾ ਨਹੀਂ ਪਾਇਆ। ਮਾਂ ਗੰਗਾ ਅੰਮ੍ਰਿਤ ਵੇਲੇ ਸਿਰ ਤੇ ਪ੍ਰਸ਼ਾਦਾ ਰੱਖ ਕੇ ਆਪ ਤੁਰ ਕੇ ਗਏ ਸੇਵਾ ਕਰ। ਇੱਥੇ ਏਸੀ ਕਾਰਾਂ ਵਿੱਚ ਜਾਈਦਾ ਤੇ ਪਹੁੰਚਦੇ ਵੀ 10-10 12-12 ਵਜੇ ਹੋ। ਫਿਰ ਕਹਿੰਦੇ ਹੋ ਅਰਦਾਸ ਤਾਂ ਕਰਾਈ ਹੈ ਜੀ, ਸਾਡੀ ਤਾਂ ਪੂਰੀ ਨਹੀਂ ਹੋਈ। ਸੱਜਣੋਂ ਕੁਝ ਪਾਉਣ ਵਾਸਤੇ ਘਾਲਣਾ ਕਰਨੀ ਪੈਂਦੀ ਹੈ। ਖੈਰ ਮਾਂ ਗੰਗਾ ਜੀ ਨੂੰ ਸਾਹਿਬ ਨੇ ਬਚਨ ਕਹੇ
कि पायन नगनो पायन असल निज सिर धर गमनो तिस पास तज गिनती बिनती बो भनीए होए कृपाल तब कारज रास। कहते मन च होर ना कोई ख्याल लियाओ, विश्वास रख के जाओ, तोड़ी आस अज पूरी होनी है। जाओ बाबे बुढ़े कोल आस रख के चल जाओ। जदों चले गए साध संगत, बाबा बुढ़ा साहब पहले उड़ीक रहे सन, हथ जोड़ के बड़ी भुख लगी है। मां नूं पता हुंदा बच्चे नूं कद भुख लगती है। आप अपने हत्थां नाल सिर तो छाबा लाया, पौने की गंढ खोली, 2 प्रशादे तली ते धर लै। मां गंगा ने अखां भरियां ने सामने गड़बा लस्सी दा रख दिता। प्रशादे छकण लग्या, बाबे बुढ़े ने एक गंढा चुकया। इतिहास कहंदा गंढा पांदियां छकण तो पहला ये बचन कहा, मां गंगा गुरु नानक दे घरों तुहानूं आ कुछ प्राप्त होएगा। साध संगत वो इतिहास पढ़ियो, इस तरह लिखे, जदों बाबा बुढ़ा साहब प्रशादा छकण तो पहला गंढा पांदे ने, श्री गुरु अर्जन देव महाराज दे बचन सी, बेनती करियो मन च कोई गिनती ना लियाओ, भरम ना लियाओ, तुहाडी आस पूरी होएगी। अज जदों गंढा पांदियां बाबे ने बचन कहे कि जथा सो गंड कंदक में अब फोरे, जथा सो कंदक में अब फोरे, तिम मुगलन के फोरे शीस, मीरी और पीरी जुग धारे, नाम सो हर गोबिंद जगदीश। गंढा पांदे क्या मां गंगा तेरे घर इदां दा महावली पैदा होएगा, जिवें गंढा भन्ने इदां मुगलों के जुल्म करन वालियां दा सिर भन्नेगा, ओदा नाम होएगा धन गुरु हरगोबिंद साहब। साध संगत 10 महीने पहला नाम रख दिता बाबा बुढ़ा साहब ने। इस तो वड्डी होर की करामात होनी है। इनू फिर गुरु अर्जन देव महाराज ने प्रकाश तो बाद कहा, सतगुर सच है दिया भेज, चिर जीवन उपजया संजोग, 10 मासी बालक जन्म लिया, मिटया सोग महा आनंद थिया। फिर अखीर तक बचन कहा, साध संगत कहंदे बदी बेल बो पीढ़ी चाली, धर्म कला हर बंद बहाली, गुज्जी छन्नी नाही बात, गुरु नानक तुठा कीनी दात। भावना बना के कोई गुरु दे दर ते सेवा करे, साध संगत जो मन वे धार के आउंदा प्राप्त जरूर हुंदा है। ये सानू सेवा करन दा राह दस्सिया। फिर धन गुरु हरगोबिंद साहब महाराज नूं साध संगत बाबा प्रिथी चंद 4 वार कीते, कदे दाई नूं घलदा फतो दाई नूं अमृतसरों, इनू मार दिओ जहर दे के, कदे खड़ावे नूं घलदा, कदे ब्राह्मण नूं भेजे। पातशाह ने कहा रखण वाला मारन वाले नालों वड्डा है। इसलिए गुरु अर्जन देव महाराज ने वड्याई की, लेपन लागो तिलका मूल, दुष्ट ब्राह्मण मुआ होए कै सूल, मारन वाले मर गए पर गुरु हरगोबिंद साहब महाराज का कोई बाल बंगा ना कर सकिया। वड्डी आरजा हरगोबिंद की सुख मंगल कल्याण विचारे। अज उस पातशाह का पुरब है, ओदी वड्याई वे साध संगत। फिर श्री अकाल तख्त साहब दे धरती ते जिथे धन गुरु हरगोबिंद साहब महाराज दियां ने तख्त ते बहिंदियां 2 मीरी ते पीरी दियां किरपानां पैनियां, नत्था ते अब्दुल्ला पातशाह की सिफत करते हैं। कई बार वड्याई कवि करते हैं जी लंघे हुए अवतारां ते बादशाहां दा, पर उस वक्त मौके दे बादशाह दे नाल तुलना करके कहा, हे गुरु हरगोबिंद साहब महाराज 2 तलवारां बद्दियां एक खीर शहर है, उस शहर के दरवाजे बड़े मजबूत सन। कहते पातशाह तेरियां बाहां दे सामने बलग वखीर दे दरवाजे की दे। दाता हिम्मत बाहां कोटगढ़, दरवाजा बलग वखीर दी हिम्मत, हिम्मत दरवाजा बलग वखीर दी, एक मीरी दी एक पीरी दी, एक मीरी दी एक पीरी दी, दरवाजा बलग वखीर दी, एक मीरी दी एक पीरी दी, एक मीरी दी एक पग तेरी की जहांगीर दी, एक मीरी दी एक पीर दी, एक मीरी दी एक पीरी दी, पग तेरी की जहांगीर, एक मीरी दी एक पीरी दी, एक धन श्री गुरु
पग तेरी की जागीर दी, एक मीरी दी, एक पीरी दी, एक मीरी दी, एक पीरी दी। पग तेरी की गिर दी, एक मीरी दी, एक पीरी दी, एक मीरी दी, एक पीरी दी। सतगुरु कृपा करन तुहाडी सारिਆਂ ਦੀ ਹਾਜ਼ਰੀ ਦਰਗਾਹੀ ਪ੍ਰਵਾਨ ਹੋਵੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸਮੂਹ ਸੰਗਤਾਂ ਦਾ ਧੰਨਵਾਦ। ਸਿੰਘ ਸਾਹਿਬ ਜੀਆਂ ਦਾ ਬਹੁਤ ਧੰਨਵਾਦ ਜੋ ਆਪ ਸੰਗਤ ਦੀ ਚਰਨ ਤੋੜ ਵਾਸਤੇ ਸੇਵਾ ਬਖਸ਼ਦੇ ਨੇ। ਕੋਟਾਨ ਕੋਟ ਸ਼ੁਕਰ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ। ਆਖਰੀ ਪੰਕਤੀ ਆਪਾਂ ਸਰਵਣ ਕਰੀਏ, ਫਿਰ ਸਮਾਪਤੀ ਹੈ ਜੀ। ਤੁਮ ਵੱਡ ਪੁਰਖ ਵੱਡ ਆਗਮ ਅਗੋਚਰ, ਤੁਮ ਆਪੇ ਆਪ ਪਾਕੀ। ਜਨ ਨਾਨਕ ਕੋ ਪ੍ਰਭ ਕਿਰਪਾ ਕੀਜੈ, ਕਰ ਦਾਸਨ ਦਾਸਨ ਦਸਾਕੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।